ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜੀ, ਸਤਿਗੁਰੂ ਜੀ ਦੇ ਹਜ਼ੂਰ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਦੀ ਪਿਆਰੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬਹਿ ਕੇ ਗੁਰੂ ਦੀ ਹਜ਼ੂਰੀ ਵਿੱਚ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਸਮਝਾਉਂਦੇ ਨੇ ਕਿ ਇਸ ਸੰਸਾਰ ਦੇ ਜਿਤਨੇ ਵੀ ਆਸਰੇ ਨੇ, ਜਿਨ੍ਹਾਂ ਨੂੰ ਬੰਦਾ ਆਪਣੇ ਜੀਵਨ ਦਾ ਆਸਰਾ ਸਮਝ ਕੇ ਬੈਠਾ ਹੋਇਆ, ਇਹ ਸਭ ਆਸਰੇ ਸਤਿਗੁਰੂ ਕਹਿੰਦੇ ਝੂਠੇ ਨੇ। ਚਾਹੇ ਉਹ ਆਸਰਾ ਕਿਸੇ ਵੀ ਕਿਸਮ ਦਾ ਹੋਵੇ, ਕਿਸੇ ਅਹੁਦੇ ਦਾ, ਕਿਉਂਕਿ ਅਹੁਦੇ ਤੇ ਬਹਿ ਕੇ ਵੀ ਬੰਦੇ ਨੂੰ ਲੱਗਦਾ ਹੈ ਕਿ ਇਹ ਅਹੁਦਾ ਮੇਰੇ ਜੀਵਨ ਦਾ ਬਹੁਤ ਵੱਡਾ ਆਸਰਾ ਹੈ। ਚੀਜ਼ਾਂ, ਪੈਸਾ, ਜ਼ਮੀਨ ਜਾਇਦਾਦ, ਸਾਕ ਸੰਬੰਧੀ, ਮਿੱਤਰ ਸੱਜਣ, ਭੈਣ ਭਰਾ, ਇਹ ਸਭ ਆਸਰੇ ਨੇ। ਪਰ ਇਹਨਾਂ ਵਿੱਚੋਂ ਸਦੀਵ ਆਸਰਾ ਕੋਈ ਵੀ ਨਹੀਂ ਹੈ, ਕਿਉਂਕਿ ਕੋਈ ਵੀ ਕਦੇ ਹਮੇਸ਼ਾ ਨਹੀਂ ਰਹਿੰਦਾ। ਨਾ ਹਮੇਸ਼ਾ ਅਹੁਦਾ ਰਹਿੰਦਾ ਹੈ, ਨਾ ਹਮੇਸ਼ਾ ਕੋਈ ਆਪਣਾ ਭੈਣ ਭਾਈ ਰਹਿੰਦਾ ਹੈ, ਨਾ ਕੋਈ ਹਮੇਸ਼ਾ ਧਨ ਦੌਲਤ ਹਮੇਸ਼ਾ ਰਹਿੰਦੀ ਹੈ। ਇਸ ਲਈ ਇਹ ਮਾਇਆ ਦੇ ਆਸਰੇ ਥੋੜ੍ਹ ਚਿਰੇ ਨੇ, ਅੱਜ ਹੈਗੇ ਨੇ, ਕੱਲ੍ਹ ਇਹਨਾਂ ਦਾ ਕੋਈ ਪਤਾ ਨਹੀਂ ਹੈ। ਇਸ ਲਈ ਸਤਿਗੁਰੂ ਕਹਿੰਦੇ ਜਿਹੜਾ ਬੰਦਾ ਇਹਨਾਂ ਮਾਇਆ ਦੇ ਆਸਰਿਆਂ ਦੇ ਆਸਰੇ ਜੀਵਨ ਜਿਉਂਦਾ, ਉਹ ਬੰਦਾ ਜੀਵਨ ਦੇ ਆਨੰਦ ਨੂੰ, ਸੁੱਖ ਨੂੰ ਕਦੇ ਮਾਣ ਨਹੀਂ ਸਕਦਾ। ਉਹ ਕਦੇ ਮਾਣ ਹੀ ਨਹੀਂ ਪਾਉਂਦਾ ਇਹਨਾਂ ਸੁੱਖਾਂ ਨੂੰ ਜੋ ਵਾਹਿਗੁਰੂ ਨੇ ਸਾਨੂੰ ਬਖਸ਼ੇ ਨੇ, ਕਿਉਂਕਿ ਬੰਦਾ ਇਹਨਾਂ ਹੀ ਚੀਜ਼ਾਂ ਵਿੱਚ ਉਲਝ ਕੇ ਆਪਣਾ ਜੀਵਨ ਜੀ ਕੇ ਚਲਿਆ ਜਾਂਦਾ ਹੈ, ਇਸੇ ਡਰ ਵਿੱਚ ਕਿ ਇਹ ਆਸਰੇ ਕਿਤੇ ਖੁੱਸ ਨਾ ਜਾਣ, ਇਹ ਅਹੁਦਾ, ਇਹ ਰੁਤਬਾ ਕਿਤੇ ਚਲਿਆ ਨਾ ਜਾਵੇ, ਇਹ ਭੈਣ ਭਾਈ, ਸਾਕ ਸੰਬੰਧੀ, ਮਿੱਤਰ ਸੱਜਣ, ਮਾਂ ਬਾਪ, ਇਹ ਕਿਤੇ ਚਲੇ ਨਾ ਜਾਣ। ਬਸ ਉਹ ਡਰ, ਉਹ ਸਹਿਮ, ਇਹੀ ਬੰਦੇ ਨੂੰ ਜੀਵਨ ਦੇ ਸੁੱਖ ਨੂੰ ਮਾਣਨ ਨਹੀਂ ਦਿੰਦਾ। ਇਸ ਲਈ ਬੰਦਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਸੁੱਖ ਨਹੀਂ ਮਾਣ ਪਾਉਂਦਾ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਜਦ ਤੱਕ ਵਾਹਿਗੁਰੂ ਦਾ ਆਸਰਾ ਨਹੀਂ ਨਾ ਫੜਦਾ, ਜਦੋਂ ਤੱਕ ਪਰਮੇਸ਼ਰ ਦਾ ਲੜ ਨਹੀਂ ਫੜਦਾ, ਪਰਮੇਸ਼ਰ ਦਾ ਆਸਰਾ ਨਹੀਂ ਲੈਂਦਾ, ਤਦੋਂ ਤੱਕ ਗੱਲ ਨਹੀਂ ਬਣਦੀ, ਤਦੋਂ ਤੱਕ ਆਨੰਦ ਨਹੀਂ ਬਣਦਾ। ਇਸ ਲਈ ਕਬੀਰ ਸਾਹਿਬ ਆਪਣੀ ਬਾਣੀ ਦੇ ਵਿੱਚ ਸਾਨੂੰ ਸੋਝੀ ਦਿੰਦੇ ਨੇ ਸ਼ੁੱਕਰਵਾਰ ਦੇ ਦਿਨ ਰਾਹੀਂ। ਕਬੀਰ ਸਾਹਿਬ ਕਹਿੰਦੇ ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜ੍ਹੈ, ਕਿ ਜਿਹੜਾ ਉਸ ਵਾਹਿਗੁਰੂ ਦਾ ਸਹਾਰਾ ਲਵੇ ਅਤੇ ਨੇਕ ਕਮਾਈ ਕਰੇ, ਕਿਰਤ, ਸੁਕ੍ਰਿਤ, ਚੰਗੀ ਕਿਰਤ। ਕਿਰਤ ਬਹੁਤ ਸਾਰੇ ਲੋਕ ਕਰਦੇ ਨੇ, ਪਰ ਉਹ ਕਿਰਤ ਸੁਕ੍ਰਿਤ ਹੈ ਜਾਂ ਨਹੀਂ, ਇਹ ਨਹੀਂ ਕਿਹਾ ਜਾ ਸਕਦਾ। ਕਿਰਤ ਕੰਮ ਧੰਦਾ ਕੌਣ ਨਹੀਂ ਕਰਦਾ, ਹਰ ਕੋਈ ਕਰ ਰਿਹਾ, ਪਰ ਉਸ ਕਿਰਤ ਨੂੰ ਨੇਕ ਸਿਰਫ ਉਹ ਬੰਦਾ ਕਿਰਤ ਕਰ ਰਿਹਾ ਇਹ ਦੇਖ ਕੇ ਨਹੀਂ ਕਿਹਾ ਜਾ ਸਕਦਾ, ਕਿਉਂਕਿ ਨੇਕ ਉਹ ਤਾਂ ਬਣਦੀ ਹੈ ਜਦੋਂ ਉਸ ਨੂੰ ਇਮਾਨਦਾਰੀ ਨਾਲ, ਜਦੋਂ ਉਸ ਨੂੰ ਧਰਮ ਦੇ ਨਾਲ ਕੀਤਾ ਜਾਵੇ। ਜਦੋਂ ਬੰਦਾ ਆਪਣੇ ਕਰਮ ਨੂੰ ਧਰਮ ਸਮਝ ਕੇ ਕਰਦਾ ਹੈ,
ਜਦੋਂ ਉਹ ਆਪਣੀ ਕਿਰਤ ਨੂੰ ਪ੍ਰਮਾਤਮਾ ਦੀ ਕੀਰਤੀ ਜਾਣ ਲੈਂਦਾ ਹੈ, ਜਦੋਂ ਉਸ ਦੀ ਕਿਰਤ ਵਿੱਚੋਂ ਬੇਈਮਾਨੀ ਮਿਟ ਜਾਂਦੀ ਹੈ, ਉਹਦੀ ਕਿਰਤ ਦੇ ਵਿੱਚੋਂ ਈਰਸ਼ਾ ਮਿਟ ਜਾਂਦੀ ਹੈ, ਜਦੋਂ ਉਹਦੇ ਜੀਵਨ ਵਿੱਚ ਇੱਕ ਸਾਰਤਾ ਆ ਜਾਂਦੀ, ਇੱਕ ਰਸ ਆ ਜਾਂਦਾ ਹੈ, ਪਰਮੇਸ਼ਰ ਦੀ ਬੰਦਗੀ ਜਦੋਂ ਨਾਲ ਨਾਲ ਚੱਲਦੀ ਹੈ, ਤਦੋਂ ਉਹਦੀ ਕਿਰਤ ਕਮਾਈ ਨੇਕ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਸੁਕ੍ਰਿਤ ਸਹਾਰਾ ਹੈ ਜਿਹੜਾ ਵਾਹਿਗੁਰੂ ਦਾ ਆਸਰਾ ਲਵੇ, ਸੁਕ੍ਰਿਤ ਦਾ ਆਸਰਾ ਲਵੇ। ਸੋ ਇਹ ਵਰਤ ਚੜ੍ਹੇ, ਸਤਿਗੁਰੂ ਕਹਿੰਦੇ ਬੰਦਾ ਇਸ ਵਰਤ ਚੜ੍ਹੇ, ਇਸ ਰਾਹੀਂ ਆਪਣਾ ਜੀਵਨ ਜੀਵੇ, ਜੀਵਨ ਦੇ ਪੰਧ ਨੂੰ ਇਸ ਢੰਗ ਨਾਲ ਜੀਵੇ। ਕਿਉਂਕਿ ਇਸ ਦੁਨੀਆ ਦੇ ਅੰਦਰ ਬਹੁਤ ਸਾਰੇ ਐਸੇ ਲੋਕ ਨੇ ਤੇ ਬਹੁਤ ਐਸੇ ਧਰਮ ਨੇ ਜਿਹੜੇ ਕਿਰਤ ਉੱਤੇ ਜ਼ੋਰ ਨਹੀਂ ਦਿੰਦੇ, ਜਿਹੜੇ ਸਾਧਨਾ ਤੇ ਤਾਂ ਜ਼ੋਰ ਦਿੰਦੇ ਨੇ ਕਿ ਸਾਧਨਾ ਕਰੋ, ਧਿਆਨ ਕਰੋ, ਤਪੱਸਿਆ ਕਰੋ, ਜਪ ਤਪ ਕਰੋ, ਪਰ ਕਿਰਤ ਤੇ ਨਹੀਂ। ਕਿਰਤ ਪ੍ਰਧਾਨ ਇਹ ਸਿਰਫ ਤੇ ਸਿਰਫ ਗੁਰੂ ਨਾਨਕ ਦਾ ਪੰਥ ਹੈ ਕਿ ਇੱਥੇ ਕਿਰਤ ਦੀ ਪ੍ਰਧਾਨਗੀ ਹੈ। ਇੱਥੇ ਸਤਿਗੁਰੂ ਨੇ ਕਿਰਤ ਨੂੰ ਪਹਿਲਾਂ ਰੱਖਿਆ ਹੈ ਕਿ ਆਪਣੀ ਕਿਰਤ ਕਰ, ਕਿਉਂਕਿ ਕਿਰਤ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਜਿਉਣਾ ਬੜਾ ਔਖਾ ਹੈ। ਕਿਰਤ ਕਰਾਂਗੇ, ਕਿਰਤ ਕਰਕੇ ਕਮਾਈ ਕਰਾਂਗੇ ਤਾਂ ਆਪਣੇ ਘਰ ਦਾ ਗੁਜ਼ਾਰਾ ਚੱਲੇਗਾ। ਕਿਰਤ ਕਰਾਂਗੇ ਤਾਂ ਘਰ ਵਿੱਚ 4 ਪੈਸੇ ਆਉਣਗੇ ਜਿਹੜੇ ਸੁੱਖ ਦੁੱਖ ਵਿੱਚ ਕੰਮ ਆਉਣਗੇ। ਤੇ ਜੇ ਬੰਦਾ ਕਿਰਤ ਛੱਡ ਕੇ ਸਿਰਫ ਜਪ ਤਪ ਹੀ ਕਰਦਾ ਰਹੇ ਤਾਂ ਫਿਰ ਉਹ ਸਮਾਜ ਵਿੱਚ ਪ੍ਰਵਾਨ ਨਹੀਂ ਹੁੰਦਾ। ਐਸੇ ਵੀ ਕੁਝ ਧਰਮ ਹੈਗੇ ਨੇ ਜਿਨ੍ਹਾਂ ਨੇ ਕਿਰਤ ਨੂੰ ਬਿਲਕੁਲ ਹੀ ਨਕਾਰ ਦਿੱਤਾ। ਉਹਨਾਂ ਨੇ ਕਿਹਾ ਜੀ ਮੰਗ ਕੇ ਖਾਓ। ਉਹਨਾਂ ਨੇ ਆਪਣੇ ਆਪ ਨੂੰ ਦੂਸਰਿਆਂ ਦੇ ਉੱਤੇ ਨਿਰਭਰ ਕਰ ਦਿੱਤਾ ਕਿ ਦੂਸਰੇ ਉਹੀ ਤੁਹਾਨੂੰ ਦੇਣਗੇ, ਉਹਨਾਂ ਦੇ ਉੱਤੇ ਨਿਰਭਰ ਹੋ ਜਾਵੋ। ਇਸ ਲਈ ਬੁੱਧ ਦਾ ਧਰਮ ਅਤੇ ਮਹਾਵੀਰ ਦਾ, ਇਹਨਾਂ ਦੋਨਾਂ ਦੇ ਪਤਨ ਦਾ ਇੱਕ ਕਾਰਨ ਇਹ ਵੀ ਹੈ ਕਿਉਂਕਿ ਇਹ ਕਿਰਤ ਨਹੀਂ ਕਰਦੇ, ਇਹ ਕਿਰਤ ਨਹੀਂ ਕਰਦੇ। ਮਹਾਵੀਰ ਦਾ ਧਰਮ, ਜੈਨ ਧਰਮ ਇਸ ਲਈ ਥੋੜਾ ਬਹੁਤ ਬਚਿਆ ਕਿਉਂਕਿ ਉਹਨੂੰ ਵੈਸ਼ਾਂ ਨੇ ਅਪਣਾ ਲਿਆ। ਵੈਸ਼ ਜਿਹੜੇ ਦੁਕਾਨਦਾਰੀ ਕਰਨ ਵਾਲੇ, ਇਸ ਲਈ ਜੈਨੀ ਤੁਸੀਂ ਦੇਖੋਗੇ ਕਿ ਜ਼ਿਆਦਾਤਰ ਜੈਨੀ ਦੁਕਾਨਦਾਰੀ ਕਰਨ ਵਾਲੇ ਨੇ, ਜ਼ਿਆਦਾਤਰ। ਜੇ ਉਹ ਜੈਨ ਧਰਮ ਨੂੰ ਜੇ ਉਹ ਵੈਸ਼ ਨਾ ਅਪਣਾਉਂਦੇ ਤਾਂ ਭਾਰਤ ਵਿੱਚੋਂ ਜੈਨ ਧਰਮ ਵੀ ਪੂਰੀ ਤਰ੍ਹਾਂ ਖਤਮ ਹੋ ਜਾਂਦਾ। ਥੋੜਾ ਬਹੁਤ ਬਚਿਆ ਤਾਂ ਉਹਨਾਂ ਦੀ ਵੈਸ਼ਾਂ ਦੀ ਵਜ੍ਹਾ ਕਰਕੇ ਬਚਿਆ। ਬੁੱਧ ਨਹੀਂ ਬਚ ਸਕਿਆ ਭਾਰਤ ਵਿੱਚ ਕਿਉਂਕਿ ਬੁੱਧ ਹੀ ਉਹ ਕਿਰਤ ਨਹੀਂ ਕਰਦਾ, ਉਹ ਮੰਗ ਕੇ ਹੀ ਖਾਂਦਾ। ਥਾਈਲੈਂਡ, ਮਲੇਸ਼ੀਆ, ਇੱਧਰਲੇ ਦੇਸ਼ਾਂ ਵਿੱਚ ਬੁੱਧ ਧਰਮ ਬਹੁਤ ਵਿਕਸਿਤ ਹੋਇਆ ਇਸ ਪਾਸੇ, ਪਰ ਉੱਥੇ ਹਾਲਾਤ ਐਸੀ ਹੋਈ ਕਿ ਸਭ ਮੰਗਣ ਵਾਲੇ ਹੀ ਹੋ ਗਏ। ਸਭ ਜਦੋਂ ਮੰਗਣ ਵਾਲੇ ਹੋ ਗਏ ਤਾਂ ਫਿਰ ਸਰਕਾਰ ਨੂੰ ਐਕਸ਼ਨ ਲੈਣਾ ਪਿਆ। ਉਹਨਾਂ ਨੇ ਕਿਹਾ ਕਿ ਭਾਈ ਕਿਰਤ ਕਰੋਗੇ, ਕੰਮ ਕਰੋਗੇ ਤਾਂ ਰੋਟੀ ਮਿਲੇਗੀ, ਨਹੀਂ ਤਾਂ ਨਹੀਂ, ਕੋਈ ਕਿਸੇ ਨੂੰ ਨਹੀਂ ਦੇਵੇਗਾ। ਫਿਰ ਮਜਬੂਰੀ ਬਸ ਉਹਨਾਂ ਨੂੰ ਕਿਰਤ ਕਰਨੀ ਪਈ, ਮਜਬੂਰੀ ਬਸ ਉਹਨਾਂ ਨੂੰ ਵੀ ਕੰਮ ਕਰਨਾ ਪਿਆ। ਇਸ ਲਈ ਕਿਰਤ ਤੋਂ ਬਿਨਾਂ ਹੋਰ ਕੁਛ ਨਹੀਂ ਹੈ ਕਿ ਬੰਦਾ ਦੂਸਰੇ ਵੱਲ ਦੇਖਦਾ ਹੈ ਕਿ ਦੂਸਰਾ ਕੁਛ ਦੇ ਜਾਵੇ, ਦੂਸਰਾ ਕੋਈ ਮਦਦ ਕਰ ਜਾਵੇ, ਦੂਸਰਾ ਕੋਈ ਸਹਾਰਾ ਬਣ ਜਾਵੇ। ਇੱਕ ਵਾਰੀ ਕੋਈ ਮਦਦ ਕਰ ਦੇਗਾ, 2 ਵਾਰੀ ਕਰ ਦੇਗਾ, ਹਰ ਵਾਰੀ ਨਹੀਂ ਕੋਈ ਕਰੇਗਾ। ਹਰ ਵਾਰੀ ਕੋਈ ਸਹਾਰਾ ਨਹੀਂ ਬਣੇਗਾ, ਹਰ ਵਾਰੀ ਕੋਈ ਬਾਂਹ ਨਹੀਂ ਫੜੇਗਾ। ਇਸ ਲਈ
ਸਤਿਗੁਰੂ ਸਮਝਾਉਂਦੇ ਨੇ, ਸਤਿਗੁਰੂ ਕਹਿੰਦੇ ਰੱਬੀ ਮਾਰਗ ਤੇ ਤੁਰਦਿਆਂ ਵਾਹਿਗੁਰੂ ਤੋਂ ਬਿਨਾ ਕਿਸੇ ਹੋਰ ਦਾ ਆਸਰਾ ਨਹੀਂ ਲੈਂਦਾ ਭਗਤ। ਉਹਨੂੰ ਸਿਰਫ ਪਰਮੇਸ਼ਰ ਦਾ ਆਸਰਾ ਹੈ ਬਸ। ਉਹ ਆਪਣੀ ਕਿਰਤ ਕਰਦਾ ਤੇ ਆਪਣੀ ਉਸ ਕਿਰਤ ਦੇ ਵਿੱਚ ਹੀ ਰਾਜ਼ੀ ਹੈ ਕਿ ਵਾਹਿਗੁਰੂ ਨੇ ਜਿੱਥੇ ਰੱਖਿਆ ਮੈਂ ਉੱਥੇ ਰਾਜ਼ੀ, ਉਹਨੇ ਜਿਵੇਂ ਰੱਖਿਆ ਮੈਂ ਉਵੇਂ ਰਾਜ਼ੀ। ਚਾਹੇ ਦੁੱਖ ਵਿੱਚ ਤੇ ਚਾਹੇ ਸੁੱਖ ਵਿੱਚ, ਚਾਹੇ ਗਰੀਬੀ ਵਿੱਚ ਤੇ ਚਾਹੇ ਅਮੀਰੀ ਵਿੱਚ। ਇਸ ਲਈ ਭਗਤ ਉਹ ਹਮੇਸ਼ਾ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ। ਉਹ ਕਿਰਤ ਕਰਦਾ, ਉਹ ਥੋੜੇ ਵਿੱਚ ਵੀ ਆਨੰਦ ਮਾਣਦਾ, ਉਹ ਥੋੜੇ ਵਿੱਚ ਵੀ ਆਪਣਾ ਵਧੀਆ ਗੁਜ਼ਾਰਾ ਕਰ ਲੈਂਦਾ ਹੈ, ਕਿਉਂਕਿ ਉਹਦੇ ਜੀਵਨ ਵਿੱਚ ਸੰਤੋਖ ਹੈ, ਸਬਰ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜ੍ਹੈ। ਜਿਹੜਾ ਨੇਕ ਕਮਾਈ ਨੂੰ ਆਪਣੇ ਜੀਵਨ ਦਾ ਆਸਰਾ ਜਾਣਦਾ ਹੈ, ਸਤਿਗੁਰੂ ਕਹਿੰਦੇ ਉਹਦੇ ਲਈ ਆਹੀ ਅਸਲ ਬ੍ਰਤ ਹੈ। ਇਹੀ ਅਨੰਦਿਨ ਆਪ ਸਿਓ ਲੜੈ। ਸਤਿਗੁਰੂ ਕਹਿੰਦੇ ਉਹ ਹਰ ਰੋਜ਼ ਆਪਣੇ ਆਪ ਨਾਲ ਲੜਦਾ ਹੈ। ਆਪਣੇ ਆਪ ਨਾਲ ਲੜਨ ਦਾ ਮਤਲਬ ਆਪਣੇ ਮਨ ਨਾਲ, ਆਪਣੇ ਮਨ ਨਾਲ ਲੜਦਾ ਹੈ, ਮਨ ਨਾਲ ਜੂਝਦਾ ਹੈ। ਮਨ ਨਾਲ ਰੋਜ਼ ਹੀ ਜੱਦੋ-ਜਹਿਦ ਕਰਨੀ ਪੈਂਦੀ ਹੈ, ਕਿਉਂਕਿ ਮਨ ਜਿਹੜਾ ਹੈ ਨਾ ਇਹ ਬੜਾ ਅਵੇਸਲਾ, ਬੜਾ ਆਲਸੀ ਹੈ। ਮਨ ਨਾਲ ਧੱਕਾ ਕਰਨਾ ਪੈਂਦਾ। ਮਨ ਪਿਆਰ ਨਾਲ ਨਹੀਂ ਮੰਨਦਾ ਹੈ। ਬੇਸ਼ੱਕ ਇਹਦੇ ਭਲੇ ਦੀ ਹੀ ਗੱਲ ਹੋਵੇ, ਪਰ ਇਹ ਮਨ ਮੰਨਦਾ ਨਹੀਂ। ਮਨ ਬੱਚੇ ਵਰਗਾ ਹੈ। ਮਨ ਛੇਤੀ ਕਿਤੇ ਰਾਜ਼ੀ ਨਹੀਂ ਹੁੰਦਾ, ਤਿਆਰ ਨਹੀਂ ਹੁੰਦਾ। ਤੁਸੀਂ ਬੱਚੇ ਦੇ ਭਲੇ ਵਾਸਤੇ ਹੀ ਉਹਨੂੰ ਖਾਣਾ ਖਵਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਉਹ ਖਾਂਦਾ ਹੀ ਨਹੀਂ। ਤੁਸੀਂ ਚਾਹੁੰਦੇ ਹੋ ਕਿ ਇਹ ਖਾ ਲਏਗਾ ਕੁਛ ਤਾਂ ਇਹਦੇ ਲਈ ਚੰਗਾ ਹੈ। ਹੁਣ ਬੱਚੇ ਨੂੰ ਲੱਗਦਾ ਕਿ ਮੇਰੇ ਨਾਲ ਪਤਾ ਨਹੀਂ ਕਿਉਂ ਜ਼ਬਰਦਸਤੀ ਕੀਤੀ ਜਾ ਰਹੀ, ਉਹ ਰੋਂਦਾ ਹੈ, ਕੁਰਲਾਉਂਦਾ ਹੈ। ਮਨ ਦੀ ਹਾਲਤ ਵੀ ਐਸੀ ਹੀ ਹੈ। ਮਨ ਵੀ ਬੱਚੇ ਵਰਗਾ ਹੈ, ਇਹ ਮੰਨਦਾ ਨਹੀਂ। ਇਹਨੂੰ ਲੱਗਦਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ, ਮੇਰੇ ਨਾਲ ਜ਼ਿਆਦਤੀ ਹੋ ਰਹੀ, ਅਨਿਆਂ ਹੋ ਰਿਹਾ ਹੈ। ਸਤਿਗੁਰੂ ਕਹਿੰਦੇ ਇਸ ਮਨ ਨਾਲ ਆਪਣੇ ਆਪ ਨਾਲ ਲੜਨਾ। ਪਰ ਦੁਨੀਆ ਆਪਣੇ ਆਪ ਨਾਲ ਲੜਨ ਦੀ ਬਜਾਏ ਦੂਸਰਿਆਂ ਨਾਲ ਲੜਨ ਵਿੱਚ ਉਲਝੀ ਹੋਈ ਹੈ। ਆਂਢ ਗੁਆਂਢ ਨਾਲ, ਆਪਣੇ ਆਫਿਸ, ਆਪਣੇ ਸਟਾਫ ਨਾਲ, ਇੱਧਰ ਉੱਧਰਲੇ ਨਾਲ, ਲੋਕ ਉਹਨਾਂ ਵਿੱਚ ਹੀ ਉਲਝੇ ਹੋਏ ਨੇ। ਆਪਣੇ ਭੈਣਾਂ ਭਾਈਆਂ ਨਾਲ, ਜ਼ਮੀਨ ਜਾਇਦਾਦ ਕਰਕੇ ਲੋਕ ਉਲਝੇ ਹੋਏ ਨੇ। ਮਨ ਨਾਲ ਲੜਨ ਦਾ ਬੰਦੇ ਨੂੰ ਪਤਾ ਹੀ ਨਹੀਂ ਕਿ ਮਨ ਦੇ ਹੀ ਸਾਰੇ ਇਹ ਝਮੇਲੇ ਨੇ। ਇਹ ਸਾਰੀ ਮੁਸੀਬਤ ਮਨ ਦੀ ਖੜੀ ਕੀਤੀ ਹੋਈ ਹੈ, ਕਿਉਂਕਿ ਮਨ ਚਾਹੁੰਦਾ ਸਭ ਕੁਝ ਹਾਸਲ ਕਰਨਾ, ਸਭ ਚੀਜ਼ਾਂ ਪ੍ਰਾਪਤ ਕਰਨੀਆਂ ਮਨ ਚਾਹੁੰਦਾ। ਇਸ ਕਰਕੇ ਇਹ ਮਨ ਇਹ ਝਗੜੇ ਖੜੇ ਕਰ ਲੈਂਦਾ, ਕਿਉਂਕਿ ਜਿਹੜਾ ਬੰਦਾ ਮਨ ਮਗਰ ਤੁਰਦਾ ਹੈ ਉਹ ਇਹਨਾਂ ਝਗੜਿਆਂ ਝਮੇਲਿਆਂ ਦੇ ਵਿੱਚ ਪਵੇਗਾ ਹੀ ਪਵੇਗਾ। ਜਿਹੜਾ ਮਨ ਮਗਰ ਤੁਰੇਗਾ, ਜਿਹੜਾ ਮਨਮਤੀਆ ਹੋਵੇਗਾ, ਜਿਹੜਾ ਗੁਰੂ ਦੀ ਮੱਤ ਤੇ ਚੱਲਦਾ ਉਹ ਮਨ ਮਗਰ ਨਹੀਂ ਤੁਰਦਾ। ਉਹ ਮਨ ਨੂੰ ਆਪਣੇ ਮਗਰ ਤੋਰਦਾ ਹੈ, ਨਾ ਕਿ ਮਨ ਮਗਰ ਤੁਰਦਾ। ਉਹ ਗੁਰੂ ਦੀ ਮੱਤ ਦੇ ਮੁਤਾਬਕ ਚੱਲਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਉਹ ਮਨ ਨਾਲ ਨਿੱਤ ਜੂਝਦਾ। ਉਹ ਮਨ ਨੂੰ ਕਾਮ ਤੋਂ ਬਚਾਉਂਦਾ ਹੈ, ਕ੍ਰੋਧ ਤੋਂ ਬਚਾਉਂਦਾ ਹੈ, ਲੋਭ ਤੋਂ ਬਚਾਉਂਦਾ ਹੈ। ਉਹ ਇਹਦੇ ਨਾਲ ਉਲਝਦਾ ਹੈ ਰੋਜ਼। ਸਤਿਗੁਰੂ ਨੇ ਜ਼ਿਕਰ ਕੀਤਾ ਨਾ ਕਿ ਖਾਲਸਾ ਅਸਲ ਵਿੱਚ ਕੌਣ ਹੈ? ਖਾਲਸਾ ਉਹ ਹੈ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਜਿਹੜਾ ਨਿਤ ਜੰਗ ਕਰੇ। ਨਿਤ ਜੰਗ ਕਰਨ ਦਾ ਮਤਲਬ ਇਹ ਥੋੜੀ ਨਾ ਕਿ ਉਹ ਲੜਦਾ ਫਿਰਦਾ ਹਰ ਕਿਸੇ ਨਾਲ, ਮਾਰਦਾ ਫਿਰਦਾ ਕਿਸੇ ਨੂੰ, ਨਹੀਂ। ਜਿਹੜਾ ਆਪਣੇ ਮਨ ਦੇ ਵਿਕਾਰਾਂ ਨਾਲ ਲੜਦਾ ਰੋਜ਼, ਜਿਹੜਾ ਕਾਮ ਕ੍ਰੋਧ ਨਾਲ ਰੋਜ਼ ਲੜਦਾ,
ਤੇ ਇਹਨਾਂ ਨੂੰ ਰੋਜ਼ ਹਰਾਉਂਦਾ ਹੈ। ਮਨ ਦੇ ਅੰਦਰ ਲੋਭ ਰੋਜ਼ ਉੱਠਦਾ ਹੈ, ਵਾਸਨਾ ਰੋਜ਼ ਉੱਠਦੀ ਹੈ, ਕ੍ਰੋਧ ਲੋਭ ਰੋਜ਼ ਉੱਠਦਾ ਹੈ। ਸਾਡੇ ਮਨ ਅੰਦਰ ਉੱਠਦੇ ਰਹਿੰਦੇ ਨੇ ਨਾ ਇਹ ਕਾਮ ਕ੍ਰੋਧ ਲੋਭ ਮੋਹ। ਜਿਹੜਾ ਇਸ ਮਨ ਦੇ ਅੰਦਰ ਉੱਠਣ ਵਾਲੇ ਵਿਕਾਰਾਂ ਨਾਲ ਰੋਜ਼ ਜੂਝਦਾ ਰਹਿੰਦਾ ਹੈ, ਉਸ ਨੂੰ ਖਾਲਸਾ ਕਿਹਾ, ਉਸ ਨੂੰ ਗੁਰੂ ਸਾਹਿਬ ਨੇ ਧਰਮੀ ਕਿਹਾ। ਸਤਿਗੁਰੂ ਕਹਿੰਦੇ ਆਪ ਸਿਓ ਲੜੈ, ਜਿਹੜਾ ਆਪਣੇ ਆਪ ਨਾਲ ਲੜਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਦੂਸਰਿਆਂ ਨੂੰ ਜਿੱਤਣਾ ਬੜਾ ਸੌਖਾ ਕੰਮ ਹੈ। ਦੂਸਰੇ ਨੂੰ ਜਿੱਤਣਾ ਕਿ ਹਥਿਆਰ ਦੇ ਜ਼ੋਰ ਨਾਲ ਬੰਦਾ ਕਿਸੇ ਦੂਸਰੇ ਨੂੰ ਜਿੱਤ ਲਏਗਾ, ਪੈਸੇ ਦੇ ਜ਼ੋਰ ਨਾਲ ਕਿਸੇ ਨੂੰ ਜਿੱਤ ਲਏਗਾ, ਆਪਣੇ ਰੁਤਬੇ ਅਹੁਦੇ ਦੀ ਤਾਕਤ ਨਾਲ ਕਿਸੇ ਨੂੰ ਜਿੱਤ ਲਏਗਾ, ਕਿਉਂਕਿ ਇੰਜੀ ਦੁਨੀਆ ਜਿੱਤਦੀ ਹੈ ਦੁਨੀਆ ਨੂੰ। ਸਿਕੰਦਰ ਵਰਗੇ ਹਥਿਆਰ ਦੇ ਜ਼ੋਰ ਤੇ ਜਿੱਤਦੇ ਨੇ ਦੁਨੀਆ। ਜਿਹੜਾ ਕੋਈ ਮੰਤਰੀ ਸੰਤਰੀ ਕਿਸੇ ਅਹੁਦੇ ਤੇ ਬੈਠਾ ਹੈ, ਉੱਚੇ ਅਹੁਦੇ ਤੇ, ਉਹ ਅਹੁਦੇ ਦੇ ਜ਼ੋਰ ਤੇ ਲੋਕਾਂ ਨੂੰ ਜਿੱਤਦਾ ਹੈ, ਲੋਕਾਂ ਤੋਂ ਆਪਣਾ ਹੁਕਮ ਮਨਾਉਂਦਾ ਹੈ। ਪਰ ਸਤਿਗੁਰੂ ਕਹਿੰਦੇ ਕੋਈ ਵਿਰਲਾ ਹੈ ਜਿਹੜਾ ਮਨ ਨੂੰ ਜਿੱਤਦਾ ਹੈ, ਤੇ ਜਿਹਨੇ ਮਨ ਨੂੰ ਜਿੱਤ ਲਿਆ ਉਹਨੇ ਦੁਨੀਆ ਜਿੱਤ ਲਈ। ਜਿਹਨੇ ਆਤਮ ਨੂੰ ਜਿੱਤ ਲਿਆ, ਸਤਿਗੁਰੂ ਕਹਿੰਦੇ ਉਹੀ ਬੰਦਾ ਸੂਰਮਾ, ਆਤਮ ਨੂੰ ਜਿੱਤਣ ਵਾਲਾ। ਆਤਮ ਜਿਹੜਾ ਸਗਲ ਵਸ ਤਾਕ ਹੈ। ਜਿਹਨੇ ਖੁਦ ਨੂੰ ਜਿੱਤਿਆ, ਸਭ ਕੁਝ ਉਹਦੇ ਵਸ, ਸਭ ਕੁਝ ਉਹਦੇ ਅਧੀਨ। ਜਿਹਨੇ ਖੁਦ ਨੂੰ ਵਸ ਕਰ ਲਿਆ, ਖੁਦ ਨੂੰ ਜਿੱਤ ਲਿਆ। ਇਸ ਲਈ ਖੁਦ ਨੂੰ ਜਿੱਤਣਾ, ਦੂਸਰੇ ਨੂੰ ਨਹੀਂ। ਦੂਸਰੇ ਨੂੰ ਜਿੱਤ ਕੇ ਕੁਛ ਵੀ ਹਾਸਲ ਨਹੀਂ ਹੋਵੇਗਾ, ਕੁਛ ਵੀ ਮਿਲਣ ਵਾਲਾ ਨਹੀਂ। ਇਸ ਲਈ ਆਤਮ ਨੂੰ, ਖੁਦ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜ੍ਹੈ, ਅੰਦਿਨ ਆਪ ਸਿਓ ਲੜੈ, ਹਮੇਸ਼ਾ ਆਪਣੇ ਆਪ ਨਾਲ ਉਲਝੇ। ਆਪਾਂ ਪਿੱਛੇ ਵਿਚਾਰਿਆ ਨਾ ਕਬੀਰ ਸਾਹਿਬ ਦਾ ਸ਼ਬਦ ਕਿ ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਕਿ ਮਨ ਨੂੰ ਸਾਧਣਾ ਹੈ। ਮਨ ਨੂੰ ਜਦੋਂ ਮਨ ਸਾਧ ਲਿਆ ਗਿਆ, ਬਾਕੀ ਸਭ ਕੁਝ ਆਪੇ ਸੱਧ ਜਾਏਗਾ, ਬਾਕੀ ਸਭ ਕੁਝ ਆਪੇ ਸਵਰ ਜਾਏਗਾ ਜਦੋਂ ਮਨ ਸਵਰ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਆਪਣੇ ਆਪ ਨਾਲ ਲੜ, ਆਪਣੇ ਆਪ ਨਾਲ ਉਲਝ, ਦੂਸਰਿਆਂ ਨਾਲ ਨਹੀਂ। ਸੁਰਖੀ ਪਾਂਚੋ ਰਾਖੈ ਸਭੈ। ਸੁਰਖੀ ਪਾਂਚੋ ਮਤਲਬ ਕਿ ਪੰਜੇ ਵਿਕਾਰ, ਪੰਜੇ ਇੰਦਰੇ। ਸੁਰਖੀ ਇਹ ਸਾਡੀਆਂ ਰਿਖੀਆਂ, ਸਾਡੇ ਇੰਦਰੇ। ਸਤਿਗੁਰੂ ਕਹਿੰਦੇ ਇਹਨਾਂ ਪੰਜਾਂ ਨੂੰ ਕਾਬੂ ਕਰਕੇ ਰੱਖ। ਅੱਖਾਂ, ਕੰਨ, ਨੱਕ, ਜ਼ੁਬਾਨ, ਇਹ ਸਾਡੇ ਇੰਦਰੇ। ਇਹਨਾਂ ਜਿਨ੍ਹਾਂ ਰਾਹੀਂ ਗਿਆਨ ਹੁੰਦਾ ਸਾਨੂੰ, ਕਿਉਂਕਿ ਅੱਖਾਂ ਰਾਹੀਂ ਅਸੀਂ ਵੇਖਦੇ ਹਾਂ, ਕੰਨਾਂ ਰਾਹੀਂ ਸੁਣਦੇ ਹਾਂ, ਤੇ ਇਹਨਾਂ ਰਾਹੀਂ ਸੁਣ ਕੇ ਵੇਖ ਕੇ ਜੋ ਸਾਡੇ ਮਨ ਅੰਦਰ ਲੋਭ ਜਾਂ ਵਾਸਨਾ ਪੈਦਾ ਹੁੰਦੀ, ਸਤਿਗੁਰੂ ਕਹਿੰਦੇ ਇਹਨਾਂ ਨੂੰ ਕਾਬੂ ਕਰ। ਸੁਰਖੀ ਪਾਂਚੋ ਰਾਖੈ ਸਭੈ, ਇਹਨਾਂ ਸਭਾ ਨੂੰ, ਸਾਰਿਆਂ ਨੂੰ ਕਾਬੂ ਕਰ ਕਿ ਅੱਖਾਂ ਦੇਖਣ ਬਸ, ਪਰ ਅੱਖਾਂ ਮੈਲੀਆਂ ਨਾ ਹੋਣ, ਕਿ ਦੇਖ ਲਿਆ ਬਸ ਠੀਕ ਹੈ, ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਾ ਜੋੜਨ। ਰੂਪ ਦੇਖ ਲੈਣ, ਪੈਸਾ ਦੇਖ ਲੈਣ, ਚੀਜ਼ਾਂ ਦੇਖ ਲੈਣ, ਰੁਤਬਾ ਦੇਖ ਲੈਣ, ਕੁਛ ਵੀ ਦੇਖਣ ਅੱਖਾਂ, ਕਿਉਂਕਿ ਇਹ ਅੱਖਾਂ ਦੇਖਣ ਵਾਸਤੇ ਹੀ ਨੇ। ਪਰ ਉਸ ਚੀਜ਼ ਨੂੰ ਦੇਖ ਕੇ ਉਹਦੇ ਨਾਲ ਮੈਂ ਤੇ ਮੇਰੀ ਦਾ ਸੰਬੰਧ ਨਾ ਜੋੜਨ, ਮੈਂ ਤੇ ਮੇਰੇ ਦਾ, ਕਿ ਕਾਸ਼ ਮੇਰੇ ਕੋਲ ਐਸਾ ਹੋਵੇ, ਕਾਸ਼ ਐਸਾ ਘਰ ਮੇਰੇ ਕੋਲ ਹੋਵੇ, ਐਸੀਆਂ ਚੀਜ਼ਾਂ ਮੇਰੇ ਕੋਲ ਹੋਣ। ਅੱਖਾਂ ਦੇਖਦੀਆਂ ਤਾਂ ਫਿਰ ਮਨ ਦਾ ਸੰਬੰਧ ਜੁੜਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਅੱਖਾਂ ਨਾਲ ਦੇਖਣਾ ਬੰਦ ਨਹੀਂ ਕਰਨਾ। ਜੋ ਇਹ ਵਾਸਨਾ ਨਾਲ ਭਰੀਆਂ ਅੱਖਾਂ ਨੇ ਨਾ, ਜੋ ਗਲਤ ਵੇਖਦੀਆਂ, ਇਹਨਾਂ ਨੂੰ ਗਲਤ ਵੇਖਣ ਤੋਂ ਰੋਕਣਾ, ਇਹਨੂੰ ਕਾਬੂ ਕਰਨਾ ਹੈ, ਇਸ ਨੂੰ ਕੰਟਰੋਲ ਵਿੱਚ ਕਰਨਾ। ਕੰਨ ਸੁਣਦੇ ਨੇ, ਸੁਣ ਦਿਓ ਸਭ ਕੁਝ, ਚੰਗਾ ਮੰਦਾ ਜੋ ਵੀ ਸੁਣਦਾ, ਪਰ ਉਸ ਨੂੰ ਸੁਣ ਕੇ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਸਥਾਪਿਤ ਨਹੀਂ ਕਰਨਾ, ਕਿ ਕਿਸੇ ਨੇ ਕੁਝ ਮੰਦਾ ਕਿਹਾ, ਸੁਣਿਆ ਤੇ ਸੁਣ ਕੇ ਛੱਡ ਦਿੱਤਾ,
ਕਿਸੇ ਨੇ ਕੁਝ ਚੰਗਾ ਕਿਹਾ, ਸੁਣਿਆ ਤੇ ਸੁਣ ਕੇ ਛੱਡ ਦਿੱਤਾ। ਅਸੀਂ ਲੋਕ ਛੱਡਦੇ ਨਹੀਂ। ਅਸੀਂ ਕੁਝ, ਕਿਸੇ ਨੇ ਸਾਡੇ ਬਾਰੇ ਕੁਝ ਮੰਦਾ ਕਿਹਾ ਤਾਂ ਅਸੀਂ ਉਸ ਨੂੰ ਪਕੜੀ ਰੱਖਦੇ ਹਾਂ, ਸਾਲਾਂ ਤੱਕ ਅਸੀਂ ਚੇਤੇ ਰੱਖਦੇ ਹਾਂ। ਕੋਈ 10-15 ਸਾਲ ਪਹਿਲਾਂ ਕਿਸੇ ਨੇ ਕੋਈ ਸਾਡੇ ਖਿਲਾਫ ਗੱਲ ਕੀਤੀ ਸੀ, ਉਹ ਹਾਲੇ ਤੱਕ ਯਾਦ ਹੈ, ਉਹ ਹਾਲੇ ਭੁੱਲੀ ਨਹੀਂ। ਕਿੰਨੇ ਸਾਲ ਹੋ ਗਏ। ਇਸੇ ਤਰ੍ਹਾਂ ਬੰਦਾ ਸਾਰੀ ਜ਼ਿੰਦਗੀ ਕੁਝ ਗੱਲਾਂ ਚੇਤੇ ਰੱਖਦਾ ਹੈ। ਕਿਸੇ ਨੇ ਕੋਈ ਸਿਫਤ ਕੀਤੀ, ਉਸ ਨੂੰ ਬੰਦਾ ਚੇਤੇ ਰੱਖਦਾ ਹੈ। ਹਾਂ, ਕੁਝ ਚੇਤੇ ਨਹੀਂ ਰੱਖਦਾ, ਉਹ ਕਿਸੇ ਹੋਰ ਦੀ ਸਿਫਤ ਹੋਵੇ, ਕਿਸੇ ਹੋਰ ਦੀ ਵਡਿਆਈ ਹੋਵੇ, ਬੰਦਾ ਉਹਨੂੰ ਸੁਣਦਾ, ਸੁਣ ਕੇ ਇਗਨੋਰ ਕਰਦਾ ਕਿ ਛੱਡੋ। ਨਿੰਦਾ ਦੀ ਗੱਲ ਹੋਵੇ, ਉਸ ਨੂੰ ਇਗਨੋਰ ਨਹੀਂ ਕਰਦਾ। ਕਿਸੇ ਦੂਸਰੇ ਬੰਦੇ ਦੀ ਨਿੰਦਾ ਹੈ, ਕਿਸੇ ਦੂਸਰੇ ਦੀ ਬੁਰਾਈ ਹੈ, ਉਹਨੂੰ ਸੁਣਦਾ ਧਿਆਨ ਨਾਲ। ਪਰ ਜੇ ਉਸੇ ਬੰਦੇ ਦੀ ਸਿਫਤ ਹੋ ਰਹੀ ਹੈ ਤਾਂ ਸਿਫਤ ਨਹੀਂ ਸੁਣਦਾ, ਉਹਦੀ ਨਿੰਦਾ ਸੁਣਦਾ ਹੈ। ਬੰਦਾ ਐਸਾ ਹੈ। ਇਸ ਲਈ ਸਤਿਗੁਰੂ ਕਹਿੰਦੇ ਇਹ ਕੰਨ, ਇਹ ਅੱਖਾਂ, ਇਹ ਦੇਖਣ, ਇਹ ਸੁਣਨ, ਪਰ ਦੇਖ ਸੁਣ ਕੇ ਉਸ ਚੀਜ਼ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਸੰਬੰਧ ਨਾ ਜੋੜਨ। ਬਸ ਸੁਣ ਲਿਆ ਤਾਂ ਸੁਣ ਲਿਆ, ਛੱਡ ਦਿੱਤਾ। ਦੇਖਿਆ ਤਾਂ ਦੇਖਿਆ ਤੇ ਦੇਖ ਕੇ ਛੱਡ ਦਿੱਤਾ। ਬੰਦਾ ਕਰਦਾ ਇਵੇਂ ਹੀ ਹੈ, ਪਰ ਇਵੇਂ ਧਰਮ ਦੇ ਮਾਮਲੇ ਵਿੱਚ ਕਰਦਾ ਕਿ ਰੱਬ ਦਾ ਨਾਮ ਸੁਣਦਾ, ਸੁਣ ਕੇ ਛੱਡ ਦਿੰਦਾ। ਉਹਨੂੰ ਉਹਦੇ ਨਾਲ ਸੰਬੰਧ ਨਹੀਂ ਜੋੜਦਾ। ਜਿਹਦੇ ਨਾਲ ਸੰਬੰਧ ਜੋੜਨਾ ਚਾਹੀਦਾ ਉਹਦੇ ਨਾਲ ਜੋੜਦਾ ਨਹੀਂ। ਬੰਦਾ ਗੁਰੂ ਦਾ ਦਰਸ਼ਨ ਕਰਦਾ, ਦੇਖਦਾ, ਦੇਖ ਕੇ ਛੱਡ ਦਿੰਦਾ, ਬਸ ਸੰਬੰਧ ਨਹੀਂ ਜੋੜਦਾ। ਇੱਥੇ ਉਹਨੂੰ ਸੰਬੰਧ ਜੋੜਨਾ ਸੀ ਮੈਂ ਦਾ, ਇੱਥੇ ਉਹਨੂੰ ਸੰਬੰਧ ਜੋੜਨਾ ਸੀ ਆਪਣੀ ਆਤਮਾ ਦਾ, ਇੱਥੇ ਉਹਨੇ ਜੋੜਿਆ ਨਹੀਂ। ਜਿੱਥੇ ਜੋੜਨ ਦੀ ਜ਼ਰੂਰਤ ਨਹੀਂ ਸੀ, ਉੱਥੇ ਇਸ ਨੇ ਆਪਣਾ ਸੰਬੰਧ ਜੋੜ ਲਿਆ। ਉੱਥੇ ਜੋੜਿਆ ਵਾਸਨਾ ਦਾ, ਕਿਸੇ ਦਾ ਪੈਸਾ ਰੂਪ ਦੇਖ ਕੇ, ਕਿਸੇ ਦਾ ਰੰਗ ਦੇਖ ਕੇ, ਕਿਸੇ ਦੀਆਂ ਚੀਜ਼ਾਂ ਦੇਖ ਕੇ, ਉੱਥੇ ਵਾਸਨਾ ਦਾ ਸੰਬੰਧ ਜੋੜ ਲਿਆ, ਲੋਭ ਦਾ ਸੰਬੰਧ ਜੋੜ ਲਿਆ, ਮੋਹ ਦਾ ਸੰਬੰਧ ਜੋੜ ਲਿਆ। ਪਰ ਗੁਰੂ ਨਾਲ ਪ੍ਰੇਮ ਦਾ ਸੰਬੰਧ ਜੋੜਨਾ ਸੀ, ਉਹ ਜੋੜਿਆ ਨਹੀਂ। ਗੁਰੂ ਦਾ ਸ਼ਬਦ ਸੁਣ ਕੇ, ਗੁਰੂ ਦਾ ਸ਼ਬਦ ਪੜ੍ਹ ਕੇ, ਗੁਰੂ ਨੂੰ ਦੇਖ ਕੇ, ਇੱਥੇ ਜੋੜਨਾ। ਇਸ ਲਈ ਜਦੋਂ ਗੁਰੂ ਦਾ ਸ਼ਬਦ ਸੁਣੋ, ਕੰਨਾਂ ਨਾਲ, ਅੱਖਾਂ ਨਾਲ ਗੁਰੂ ਦਾ ਦਰਸ਼ਨ ਕਰੋ ਤਾਂ ਗੁਰੂ ਦੇ ਹੋ ਜਾਵੋ। ਜਿਵੇਂ ਬੰਦਾ ਕਿਸੇ ਚੀਜ਼ ਨੂੰ ਦੇਖਦਾ, ਘਰ ਨੂੰ ਦੇਖਦਾ ਤੇ ਉਹਦਾ ਹੋ ਜਾਂਦਾ ਕਿ ਐਸਾ ਮੇਰੇ ਕੋਲ ਹੋਵੇ। ਜਦੋਂ ਅਸੀਂ ਕਿਸੇ ਗੁਰੂ ਦੇ ਸਿੱਖ ਦੀ ਸਾਖੀ ਸੁਣੀਏ, ਗੁਰੂ ਦੀ ਕਹਾਣੀ ਸੁਣੀਏ, ਗੁਰੂ ਦੀਆਂ ਗੱਲਾਂ ਸੁਣੀਏ ਤਾਂ ਸਾਡੇ ਮਨ ਅੰਦਰ ਇਹ ਲੋਭ ਉੱਠੇ ਕਿ ਮੈਂ ਵੀ ਐਸਾ ਹੋ ਜਾਵਾਂ, ਮੇਰਾ ਜੀਵਨ ਵੀ ਐਸਾ ਹੋ ਜਾਵੇ, ਮੇਰਾ ਜੀਵਨ ਵੀ ਐਸਾ ਉੱਚਾ ਸੁੱਚਾ ਹੋ ਜਾਏ, ਗੁਰੂ ਕਿਰਪਾ ਕਰ ਦੇਵੇ। ਜਦੋਂ ਐਸਾ ਸੰਬੰਧ ਸਾਡਾ ਜੁੜੇਗਾ ਫਿਰ ਗੱਲ ਬਣਦੀ ਹੈ। ਸਤਿਗੁਰੂ ਕਹਿੰਦੇ ਪੰਚੋ ਸੁਰਖੀ ਪੰਚੋ ਰਾਖੈ ਸਭੈ, ਤੋ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ। ਸਤਿਗੁਰੂ ਕਹਿੰਦੇ ਦੂਜੀ ਦ੍ਰਿਸ਼ਟੀ, ਉਹ ਦੂਸਰੇ ਪਾਸੇ ਕਦੇ ਉਹਦੀ ਨਿਗਾਹ ਹੀ ਨਾ ਜਾਵੇ। ਤੋ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ, ਦੂਸਰੇ ਪਾਸੇ ਉਹਦਾ ਧਿਆਨ ਫਿਰ ਕਦੇ ਨਹੀਂ ਜਾਂਦਾ। ਜਦੋਂ ਉਹਦੀਆਂ ਅੱਖਾਂ ਨੂੰ ਪਰਮਾਤਮਾ ਨੂੰ ਦੇਖਣ ਦੀ ਹੀ ਆਦਤ ਪੈ ਗਈ ਤਾਂ ਫਿਰ ਅੱਖਾਂ ਕਿਸੇ ਹੋਰ ਪਾਸੇ ਕਿਉਂ ਜਾਣਗੀਆਂ। ਜਦੋਂ ਕੰਨਾਂ ਨੂੰ ਉਹਦਾ ਹੀ ਜਸ ਸੁਣਨ ਦਾ ਸੁਭਾਅ ਪੈ ਗਿਆ ਤਾਂ ਫਿਰ ਕੰਨ ਹੋਰ ਪਾਸੇ ਕਿਉਂ ਜਾਣਗੇ, ਹੋਰ ਗੱਲ ਕਿਉਂ ਸੁਣਨਗੇ, ਉਹ ਹੋਰ ਕੁਝ ਸੁਣਨਗੇ ਹੀ ਨਹੀਂ। ਜਦੋਂ ਸਾਨੂੰ ਗੁਰੂ ਦਾ ਜਸ ਸੁਣਨ ਦਾ ਸੁਭਾਅ ਬਣ ਜਾਵੇ, ਕੀਰਤਨ ਦਾ ਸੁਭਾਅ ਬਣ ਜਾਵੇ, ਸਾਡਾ ਗੁਰੂ ਦੀ ਗੱਲ ਸੁਣਨ ਦਾ ਸੁਭਾਅ ਬਣ ਗਿਆ, ਜਿਹੜੀ ਚੀਜ਼ ਖਿਆਲ ਰੱਖਣਾ ਸਾਡੇ ਸੁਭਾਅ ਵਿੱਚ ਆ ਜਾਂਦੀ ਹੈ ਨਾ, ਉਹ ਨਹੀਂ ਬਦਲਦੀ। ਉਹਨੂੰ ਬਦਲਣਾ ਬਹੁਤ ਔਖਾ ਹੈ, ਜਿਹੜੀ ਚੀਜ਼ ਸੁਭਾਅ ਵਿੱਚ ਆ ਗਈ। ਇਸ ਲਈ ਗੁਰੂ ਦਾ ਸ਼ਬਦ ਸੁਣਨਾ ਜਦੋਂ ਸਾਡੇ ਸੁਭਾਅ ਵਿੱਚ ਆ ਗਿਆ, ਫਿਰ ਅਸੀਂ ਸੁਭਾਅ ਤੋਂ ਉਲਟ ਨਹੀਂ ਜਾਂਦੇ ਕਦੇ। ਆਪਾਂ ਕਹਿੰਦੇ ਨੇ ਕਿ ਇਹ ਮੇਰਾ ਸੁਭਾਅ ਤਾਂ ਐਸਾ ਹੀ ਹੈ ਜੀ। ਅਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਕਹਿੰਦੇ ਆ ਸਾਡੇ ਬੱਚੇ ਦਾ ਸੁਭਾਅ ਹੈ ਇੰਝ ਹੀ ਹੈ ਜੀ, ਤੁਸੀਂ ਧਿਆਨ ਨਾਲ ਦੇਖਿਓ। ਕਿਉਂ? ਕਿਉਂਕਿ ਸੁਭਾਅ ਨਹੀਂ ਬਦਲਦਾ, ਇਸ ਕਰਕੇ ਸਾਨੂੰ ਕਹਿਣਾ ਪੈਂਦਾ ਕਿ ਇਹਦਾ ਸੁਭਾਅ ਤੇ ਐਵੇਂ ਹੀ ਹੈ। ਕਈ ਵਾਰੀ ਪਤਨੀ ਕਹਿੰਦੀ ਹੈ ਆਪਣੇ ਪਤੀ ਦੇ ਬਾਰੇ, ਇਹ ਤਾਂ ਜੀ ਐਵੇਂ ਗੱਲਾਂ ਮਾਰਦੇ ਰਹਿੰਦੇ, ਤੁਸੀਂ
ਇਗਨੋਰ ਕਰੋ। ਸੁਭਾਅ ਨਹੀਂ ਬਦਲਦਾ ਹੁੰਦਾ। ਇਸ ਲਈ ਜਦੋਂ ਕੋਈ ਚੀਜ਼ ਸਾਡੇ ਸੁਭਾਅ ਵਿੱਚ ਆ ਜਾਏ, ਸਿਮਰਨ ਸਾਡੇ ਸੁਭਾਅ ਵਿੱਚ ਆ ਜਾਏ, ਬੰਦਗੀ ਸਾਡੇ ਸੁਭਾਅ ਵਿੱਚ ਆ ਜਾਏ, ਉਹਦਾ ਕੀਰਤਨ ਕਰਨਾ ਸੁਣਨਾ ਉਹ ਸਾਡੇ ਸੁਭਾਅ ਵਿੱਚ ਆ ਜਾਵੇ, ਫਿਰ ਉਹਨੂੰ ਤੁਸੀਂ ਚਾਹ ਕੇ ਵੀ ਬਦਲ ਨਹੀਂ ਸਕੋਗੇ। ਬੜਾ ਔਖਾ ਹੈ ਉਹਨੂੰ ਬਦਲਣਾ, ਉਹਨੂੰ ਬੜਾ ਔਖਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਫਿਰ ਦੂਜੇ ਪਾਸੇ ਦ੍ਰਿਸ਼ਟੀ ਨਹੀਂ ਜਾਂਦੀ, ਤੋ ਦੂਜੀ ਦ੍ਰਿਸ਼ਟ ਨਾ ਪੈਸੇ ਕਵੇ। ਫਿਰ ਕਾਮ ਕ੍ਰੋਧ ਵੱਲ ਨੂੰ ਨਹੀਂ ਅੱਖਾਂ ਜਾਂਦੀਆਂ, ਫਿਰ ਹੋਰ ਨਿੰਦਾ ਚੁਗਲੀ ਵੱਲ ਨੂੰ ਕੰਨ ਨਹੀਂ ਜਾਂਦੇ, ਜਦੋਂ ਵਾਹਿਗੁਰੂ ਨਾਲ ਲੱਗ ਜਾਂਦੇ ਨੇ। ਥਾਵਰ ਥਿਰ ਕਰ ਰਾਖੈ ਸੋਏ। ਥਾਵਰ ਦਾ ਮਤਲਬ ਸ਼ਨੀਵਾਰ, ਸ਼ਨੀਚਰਵਾਰ ਜਿਹਨੂੰ ਆਪਾਂ ਕਹਿੰਦੇ ਆ। ਸਤਿਗੁਰੂ ਕਹਿੰਦੇ ਥਾਵਰ ਕਿ ਇਸ ਦਿਨ ਤੂੰ ਆਪਣੇ ਚਿੱਤ ਨੂੰ ਤੂੰ ਥਿਰ ਕਰਕੇ ਰੱਖ ਲੈ। ਥਾਵਰ ਥਿਰ ਕਰ ਰਾਖੈ ਸੋਏ, ਆਪਣੇ ਚਿੱਤ ਨੂੰ ਤੂੰ ਸਥਿਰ ਕਰਕੇ ਰੱਖ ਲੈ ਕਿ ਤੇਰਾ ਚਿੱਤ ਸਥਿਰ ਹੋ ਜਾਵੇ, ਚਿੱਤ ਚੀਜ਼ਾਂ ਵਿੱਚ ਨਾ ਰਹਿ ਜਾਵੇ। ਸਾਡਾ ਚਿੱਤ ਚੀਜ਼ਾਂ ਵਿੱਚ ਰਹਿ ਜਾਂਦਾ। ਚਿੱਤ ਕਿੱਥੇ ਲੱਗਾ? ਚਿੱਤ ਕਿਤੇ ਹੋਰ ਲੱਗਾ ਹੋਇਆ। ਸਾਡਾ ਚਿੱਤ ਲੱਗਾ ਹੋਇਆ ਉਸ ਚੀਜ਼ ਵਿੱਚ ਜਿਸ ਚੀਜ਼ ਦੀ ਸਾਨੂੰ ਕਾਮਨਾ ਹੈ। ਜਿਵੇਂ ਘਰ ਚਾਹੀਦਾ ਹੈ ਕਿ ਕਾਸ਼ ਮੇਰੇ ਕੋਲ ਐਸਾ ਘਰ ਹੋਵੇ, ਸਾਡਾ ਚਿੱਤ ਉਸ ਘਰ ਵਿੱਚ ਲੱਗਾ ਰਹਿੰਦਾ ਹੈ। ਕਾਸ਼ ਕਿਤੇ ਮੇਰੀ ਲੋਟਰੀ ਨਿਕਲ ਆਵੇ 1-2 ਕਰੋੜ ਦੀ, ਚਿੱਤ ਉਸ ਲੋਟਰੀ ਵਿੱਚ ਲੱਗਾ ਹੈ। ਸਤਿਗੁਰੂ ਕਹਿੰਦੇ ਉਸ ਚਿੱਤ ਨੂੰ ਤੂੰ ਸਥਿਰ ਕਰ ਲੈ, ਤੂੰ ਗੁਰੂ ਦੇ ਚਰਨਾਂ ਵਿੱਚ। ਤੇ ਚਿੱਤ ਇਹ ਨਹੀਂ ਕਿ ਇੱਕ ਚੀਜ਼ ਵਿੱਚ ਲੱਗਾ ਹੋਇਆ ਕਿ ਕੱਲਾ ਘਰ ਵਿੱਚ ਹੀ, ਹਾਂ ਜੀ ਕੱਲਾ ਘਰ ਹੀ ਚਾਹੀਦਾ, ਨਹੀਂ, ਕੱਲਾ ਘਰ ਨਹੀਂ ਚਾਹੀਦਾ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ। ਇਸ ਕਰਕੇ ਚਿੱਤ ਬਹੁਤ ਥਾਂ ਹੀ ਲੱਗਾ ਹੋਇਆ, ਬਹੁਤ ਚੀਜ਼ਾਂ ਦੇ ਵਿੱਚ ਚਿੱਤ ਲੱਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਆਪਣੇ ਚਿੱਤ ਨੂੰ ਇੱਕ ਕਰ ਤੇ ਇੱਕ ਚਿੱਤ ਹੋ ਕੇ ਉਸ ਵਾਹਿਗੁਰੂ ਨੂੰ ਸਿਮਰ। ਸਾਵਧਾਨ ਇਕਾਗਰ ਚੀਤ, ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਏ, ਕਿ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਉਸ ਵਾਹਿਗੁਰੂ ਨੂੰ ਸਿਮਰ। ਇਸ ਲਈ ਇੱਕ ਚਿੱਤ ਹੋ ਕੇ ਸਤਿਗੁਰੂ ਕਹਿੰਦੇ ਤੂੰ ਟਿਕ, ਆਪਣੇ ਚਿੱਤ ਨੂੰ ਇੱਕ ਕਰ, ਇੱਕ ਥਾਂ ਸਥਿਰ ਹੋ ਜਾਵੇ, ਇਹ ਚਿੱਤ ਇੱਧਰ ਉੱਧਰ ਨਾ ਜਾਵੇ। ਥਾਵਰ ਥਿਰ ਕਰ ਰਾਖੈ ਸੋਏ, ਜੋਤ ਦੀ ਵੱਟੀ ਘਟ ਮੈਂ ਸੋਏ। ਸਤਿਗੁਰੂ ਕਹਿੰਦੇ ਵਾਹਿਗੁਰੂ ਦੀ ਜੋਤ, ਪਰਮੇਸ਼ਰ ਦੀ ਜੋਤ ਉਹ ਸਾਰਿਆਂ ਦੇ ਵਿੱਚ, ਆਪਣੇ ਸਾਰਿਆਂ ਦੇ ਅੰਦਰ ਉਸ ਵਾਹਿਗੁਰੂ ਦੀ ਜੋਤ ਵਸਦੀ ਹੈ, ਉਸ ਪਰਮੇਸ਼ਰ ਦੀ ਜੋਤ। ਸਤਿਗੁਰੂ ਕਹਿੰਦੇ ਜੋਤ ਦੀ ਵੱਟੀ ਘਟ ਮੈਂ ਸੋਏ। ਉਹ ਜੋਤ ਦੀ ਵੱਟੀ ਸਾਰਿਆਂ ਦੇ ਅੰਦਰ ਹੈ, ਜਿਹੜੀ ਸਭ ਦੇ ਅੰਦਰ ਚਾਨਣ ਕਰ ਰਹੀ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ। ਉਹ ਜੋਤ ਸਭ ਦੇ ਅੰਦਰ ਹੈ। ਨਾਮਦੇਵ ਜੀ ਕਹਿੰਦੇ ਕਿ ਸਾਰਿਆਂ ਦੇ ਅੰਦਰ, ਚਾਹੇ ਉਹ ਕੋਈ ਕੀੜੀ ਹੈ ਤੇ ਚਾਹੇ ਕੋਈ ਹਾਥੀ, ਚਾਹੇ ਉਹ ਕੋਈ ਘਾਹ ਦਾ ਤਿਣਕਾ ਹੈ ਤੇ ਚਾਹੇ ਕੋਈ ਬੋੜ ਵਰਗਾ ਬਹੁਤ ਵਿਸ਼ਾਲ ਦਰਖਤ, ਉਹ ਸਾਰਿਆਂ ਦੇ ਅੰਦਰ ਇੱਕੋ ਜਿਹੀ ਜੋਤ ਹੈ ਵਾਹਿਗੁਰੂ ਦੀ। ਉਹੀ ਊਰਜਾ, ਉਹੀ ਤਾਕਤ, ਉਹੀ ਜੋਤ ਸਭ ਦੇ ਅੰਦਰ ਕੰਮ ਕਰਦੀ। ਇਸ ਲਈ ਉਸ ਜੋਤ ਨੂੰ ਜਾਣ। ਜੋਤ ਦੀ ਵੱਟੀ ਘਟ ਮੈਂ ਸੋਏ। ਜਦੋਂ ਅਸੀਂ ਸਥਿਰ ਹੁੰਦੇ ਹਾਂ, ਜਦੋਂ ਸਾਡਾ ਮਨ ਬਿਲਕੁਲ ਵੀ ਇੱਧਰ ਉੱਧਰ ਨਹੀਂ ਜਾਂਦਾ। ਤੁਸੀਂ ਜਰਾ ਕਲਪਨਾ ਕਰਕੇ ਦੇਖੋ ਇਸ ਚੀਜ਼ ਦੀ ਕਿ ਮਨ ਬਿਲਕੁਲ ਟਿਕਿਆ ਹੋਇਆ, ਮਨ ਵਿੱਚ ਕੋਈ ਇੱਛਾ ਨਹੀਂ ਹੈ, ਕੋਈ ਕਿਸੇ ਕਿਸਮ ਦੀ ਕਾਮਨਾ ਨਹੀਂ ਹੈ, ਮਨ ਨੂੰ ਕੋਈ ਵੀ ਚੀਜ਼ ਲੁਭਾਉਂਦੀ ਨਹੀਂ, ਰੂਪ ਪੈਸਾ ਚੀਜ਼ਾਂ ਇਹ ਮਨ ਨੂੰ ਲੁਭਾਉਂਦੀਆਂ ਨਹੀਂ। ਮਨ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਆਵਾਜ਼ ਸੁਣ ਕੇ, ਚੀਜ਼ ਦੇਖ ਕੇ, ਰੂਪ ਦੇਖ ਕੇ ਮਨ ਵਿੱਚ ਕੁਛ ਵੀ ਹਲਚਲ ਪੈਦਾ ਨਹੀਂ ਹੁੰਦੀ। ਮਨ ਸਥਿਰ ਹੋ ਗਿਆ, ਬਿਲਕੁਲ ਬਿਲਕੁਲ ਸ਼ਾਂਤ, ਟਿਕ ਗਿਆ। ਤੁਸੀਂ ਇਸ ਤਰ੍ਹਾਂ ਮਨ ਦੀ ਕਲਪਨਾ ਕਰਕੇ ਵੇਖੋ ਜਰਾ, ਫਿਰ ਕੀ ਵਾਪਰੇਗਾ ਜਦੋਂ ਮਨ ਇਸ ਤਰ੍ਹਾਂ ਬਿਲਕੁਲ ਖਾਲੀ, ਸ਼ਾਂਤ, ਟਿਕਿਆ ਹੋਇਆ, ਕਿ ਮਨ ਵਿੱਚ ਕੋਈ ਫੁਰਨਾ ਹੀ ਨਹੀਂ, ਮਨ ਵਿੱਚ ਇਸ ਗੱਲ ਦਾ ਵੀ ਕੋਈ ਨਹੀਂ ਕਿ ਕੋਈ ਮੇਰੀ ਇੱਜ਼ਤ ਕਰੇ ਜਾਂ ਕੋਈ ਮੇਰੀ ਇਨਸਲਟ ਕਰਦਾ ਹੈ, ਇਸ ਗੱਲ ਦਾ ਵੀ ਕੋਈ ਖਿਆਲ ਨਹੀਂ, ਕੋਈ ਚੰਗਾ ਜਾਂ ਮੰਦਾ ਕੁਛ ਵੀ ਨਹੀਂ।
ਜਦੋਂ ਮਨ ਬਿਲਕੁਲ ਖਾਲੀ ਤੇ ਸਥਿਰ ਹੁੰਦਾ ਫਿਰ ਉਸ ਹਿਰਦੇ ਵਿੱਚ ਵਸਦੀ ਵਾਹਿਗੁਰੂ ਦੀ ਜੋਤ ਦਾ ਅਹਿਸਾਸ ਹੁੰਦਾ ਹੈ। ਸਤਿਗੁਰੂ ਕਹਿੰਦੇ ਇਸ ਕਰਕੇ ਤਾਂ ਸਤਿਗੁਰੂ ਨੇ ਕਿਹਾ ਥਿਰ ਕਰ ਰੱਖੈ ਸੋਏ, ਕਿ ਇਸ ਮਨ ਨੂੰ, ਇਸ ਚਿੱਤ ਨੂੰ ਸਥਿਰ ਕਰਕੇ ਰੱਖ, ਇਹਨੂੰ ਬਿਲਕੁਲ ਟਿਕਾ ਲੈ, ਇਹ ਬਿਲਕੁਲ ਸ਼ਾਂਤ ਹੋ ਜਾਵੇ। ਜਦੋਂ ਬਿਲਕੁਲ ਸ਼ਾਂਤ ਹੋ ਗਿਆ, ਬਿਲਕੁਲ ਟਿਕ ਗਿਆ, ਤਾਂ ਜੋਤ ਦੀ ਵੱਟੀ, ਜਿਹੜੀ ਉਹ ਜੋਤ ਦੀ ਵੱਟੀ ਹੈ, ਉਹ ਵਾਹਿਗੁਰੂ ਦੀ ਜੋਤ, ਉਹ ਘਟ ਵਿੱਚ ਉਹ ਮਿਲ ਪਵੇਗੀ। ਜੋਤ ਦੀ ਵੱਟੀ ਘਟ ਮੈਂ ਜੋਏ, ਬਾਹਰ ਭੀਤਰ ਭਇਆ ਪ੍ਰਗਾਸ। ਉਸ ਜੋਤ ਰਾਹੀਂ ਸਭ ਥਾਈਂ ਪ੍ਰਕਾਸ਼ ਹੋਇਆ, ਅੰਦਰ ਵੀ ਤੇ ਬਾਹਰ ਵੀ, ਸਭ ਥਾਈਂ। ਸਤਿਗੁਰੂ ਕਹਿੰਦੇ ਸਭ ਮੈਂ ਚਾਨਣ ਉਹਦੇ ਜੋਤ ਰਾਹੀਂ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਉਸ ਦੇ ਚਾਨਣ ਰਾਹੀਂ ਸਾਰਿਆਂ ਦੇ ਵਿੱਚ ਚਾਨਣ ਹੈ। ਸਾਡੇ ਅੰਦਰ ਵੀ ਉਹਦਾ ਚਾਨਣ, ਸਾਡੇ ਬਾਹਰ ਵੀ ਉਹਦਾ ਹੀ ਚਾਨਣ ਹੈ, ਉਸੇ ਦਾ ਪ੍ਰਕਾਸ਼। ਸਤਿਗੁਰੂ ਕਹਿੰਦੇ ਜਦੋਂ ਆਪਣੀ ਜੋਤ ਦਾ ਗਿਆਨ ਹੋ ਜਾਂਦਾ ਹੈ, ਇਸ ਲਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਸਤਿਗੁਰੂ ਕਹਿੰਦੇ ਜੇ ਕੁਝ ਜਾਣਨਾ ਹੈ ਨਾ ਤਾਂ ਇਹ ਜਾਣੋ ਕਿ ਬੰਦੇ ਨੇ ਆਪਣੇ ਅੰਦਰ ਵਸਦੀ ਵਾਹਿਗੁਰੂ ਦੀ ਜੋਤ ਨੂੰ ਜਾਣ ਲਿਆ ਜਾਂ ਨਹੀਂ। ਜਾਣੋ ਜੋਤ ਨਾ ਪੁੱਛੋ ਜਾਤੀ। ਸਤਿਗੁਰੂ ਕਹਿੰਦੇ ਇਹ ਜਾਣੋ, ਤੁਸੀਂ ਆਪਣੇ ਪੁੱਛੋ ਮਿੱਤਰ ਨੂੰ, ਪੁੱਛੋ ਆਪਣੇ ਸੰਬੰਧੀ ਨੂੰ, ਪੁੱਛੋ ਆਪਣੇ ਰਿਸ਼ਤੇਦਾਰ ਨੂੰ, ਆਪਣੇ ਭੈਣ ਭਾਈ ਨੂੰ ਕਿ ਤੇਰੇ ਅੰਦਰ ਵਾਹਿਗੁਰੂ ਦੀ ਜੋਤ ਵਸਦੀ ਹੈ, ਤੂੰ ਉਹਨੂੰ ਜਾਣਿਆ। ਅਸੀਂ ਹੋਰ ਹੀ ਬਹੁਤ ਗੱਲਾਂ ਪੁੱਛਦੇ ਰਹਿੰਦੇ ਹਾਂ, ਅਸੀਂ ਇਸ ਚੀਜ਼ ਨੂੰ ਕਦੇ ਜਾਣਿਆ ਹੀ ਨਹੀਂ, ਅਸੀਂ ਇਹ ਸਵਾਲ ਹੀ ਨਹੀਂ ਕਦੇ ਉਠਾਇਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਬਖਸ਼ਿਆ। ਸਤਿਗੁਰੂ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ। ਸਤਿਗੁਰੂ ਕਹਿੰਦੇ ਆ ਜਾਤਾਂ ਪਾਤਾਂ ਪੁੱਛਦੇ ਫਿਰਦੇ ਆ ਨਾ ਕਿ ਤੇਰੀ ਜਾਤ ਬਰਾਦਰੀ ਕਿਹੜੀ ਹੈ। ਸਤਿਗੁਰੂ ਕਹਿੰਦੇ ਤੂੰ ਬੰਦੇ ਨੂੰ ਪੁੱਛ ਕੇ ਤੂੰ ਰੱਬ ਨੂੰ ਜਾਣ ਲਿਆ, ਤੇਰੇ ਅੰਦਰ ਪ੍ਰਮਾਤਮਾ ਵਸਦਾ, ਤੂੰ ਉਹਨੂੰ ਦੇਖ ਲਿਆ। ਬੰਦੇ ਨੇ ਐਸਾ ਸਵਾਲ ਕਦੇ ਵੀ ਨਹੀਂ ਕੀਤਾ। ਇਸ ਲਈ ਸਤਿਗੁਰੂ ਕਹਿੰਦੇ ਬਾਹਰ ਭੀਤਰ ਉਸੇ ਦਾ ਪ੍ਰਗਾਸ ਹੈ। ਹਿੰਦੂ ਸਿੱਖ ਅੰਦਰ ਸਭ ਥਾਈਂ ਉਹਦਾ ਹੀ ਪ੍ਰਗਾਸ ਹੈ, ਉਹੀ ਖਿੜਿਆ ਹੋਇਆ ਸਭ ਥਾਈਂ। ਕਿਸੇ ਦਰਖਤ ਦੇ ਉੱਤੇ, ਕਿਸੇ ਬੂਟੇ ਤੇ ਉਹ ਕਮਲ ਦਾ ਫੁੱਲ ਹੋ ਕੇ ਖਿੜਿਆ, ਕਿਸੇ ਦੇ ਉੱਤੇ ਉਹ ਗੁਲਾਬ ਦਾ ਫੁੱਲ ਹੋ ਕੇ ਖਿੜਿਆ, ਪਰ ਹੈ ਤੇ ਉਹੀ, ਹੈ ਤੇ ਉਹੀ। ਇਸ ਲਈ ਸਤਿਗੁਰੂ ਕਹਿੰਦੇ ਉਹਦਾ ਹੀ ਬਾਹਰ ਭੀਤਰ ਉਹਦਾ ਹੀ ਪ੍ਰਗਾਸ ਹੈ, ਉਹਦਾ ਹੀ ਚਾਨਣ ਹੈ। ਬਾਹਰ ਭੀਤਰ ਭਇਆ ਪ੍ਰਗਾਸ, ਤਬ ਹੁਆ ਸਗਲ ਕਰਮ ਕਾ ਨਾਸ। ਸਤਿਗੁਰੂ ਕਹਿੰਦੇ ਜਦੋਂ ਬਾਹਰ ਭੀਤਰ ਉਸ ਪ੍ਰਮਾਤਮਾ ਦਾ ਪ੍ਰਕਾਸ਼ ਦਿਸ ਪੈਂਦਾ ਹੈ ਕਿ ਉਹ ਵਾਹਿਗੁਰੂ ਦਾ ਹੀ ਪ੍ਰਕਾਸ਼ ਹੈ, ਤਦੋਂ ਬੰਦੇ ਦੇ ਸਾਰੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ। ਤਬ ਹੁਆ ਸਗਲ ਕਰਮ ਕਾ ਨਾਸ। ਸਾਰੇ ਕਰਮ ਜੈਸੇ ਵੀ ਸਨ ਮੰਦੇ, ਸਾਰੇ ਕਰਮ ਨਾਸ਼ ਹੋ ਗਏ, ਸਾਰੇ ਕਰਮਾਂ ਦਾ ਨਾਸ਼ ਹੋ ਗਿਆ। ਜੋ ਵੀ ਬੰਦੇ ਨੇ ਆਪਣੇ ਜੀਵਨ ਵਿੱਚ ਮਾੜਾ ਕੀਤਾ ਸੀ ਉਹ ਸਭ ਬਿਨਸ ਗਿਆ, ਕਿਉਂਕਿ ਜਦੋਂ ਚਾਨਣ ਹੁੰਦਾ ਤਾਂ ਹਨੇਰਾ ਬਿਨਸੇਗਾ ਹੀ ਬਿਨਸੇਗਾ। ਐਸਾ ਕਦੇ ਨਹੀਂ ਹੋਇਆ ਅੱਜ ਤੱਕ ਕਿ ਚਾਨਣ ਹੋਵੇ ਤੇ ਹਨੇਰਾ ਉਵੇਂ ਦਾ ਉਵੇਂ ਰਵੇ। ਸਾਡੇ ਮਾੜੇ ਕਰਮ ਉਹ ਅਗਿਆਨਤਾ ਦੇ ਹਨੇਰੇ ਕਰਕੇ ਨੇ। ਹਨੇਰੇ ਕਰਕੇ ਠੋਕਰ ਵੱਜਦੀ ਹੈ, ਹਨੇਰੇ ਕਰਕੇ ਬੰਦਾ ਕੁਰਾਹੇ ਪੈ ਜਾਂਦਾ, ਪਰ ਚਾਨਣ ਵਿੱਚ ਕਦੇ ਕੁਰਾਹੇ ਨਹੀਂ ਪੈਂਦਾ, ਚਾਨਣ ਵਿੱਚ ਠੋਕਰ ਨਹੀਂ ਖਾਂਦਾ। ਸਤਿਗੁਰੂ ਕਹਿੰਦੇ ਜਦੋਂ ਚਾਨਣ ਹੋ ਗਿਆ ਨਾ ਉਸ ਵਾਹਿਗੁਰੂ ਦੀ ਜੋਤ ਦਾ, ਉਹਨੂੰ ਘਟ ਘਟ ਵਿੱਚ ਵਸਦੇ ਨੂੰ ਜਾਣ ਲਿਆ, ਤਾਂ ਸਾਰੇ ਮਾੜੇ ਕਰਮ ਬਿਨਸ ਗਏ। ਜਬ ਲਗ ਘਟ ਮੈਂ ਦੂਜੀ ਆਨ। ਜਦੋਂ ਤੱਕ ਸਤਿਗੁਰੂ ਕਹਿੰਦੇ ਬੰਦੇ ਦੇ ਮਨ ਅੰਦਰ ਦੂਸਰੀ ਆਨ ਹੁੰਦੀ ਹੈ, ਪਰਮਾਤਮਾ ਤੋਂ ਬਿਨਾਂ ਕੋਈ ਦੂਸਰੀ ਵਾਸਨਾ ਹੈ ਬੰਦੇ ਦੇ ਅੰਦਰ, ਕਿ ਵਾਹਿਗੁਰੂ ਤੋਂ ਬਿਨਾਂ ਕੁਝ ਦੂਸਰਾ ਹੈ, ਕਿ ਅਸੀਂ ਗੁਰੂ ਦੇ ਦਰ ਬੈਠੇ ਹਾਂ ਪਰ ਗੁਰੂ ਦੇ ਦਰ ਬਹਿ ਕੇ ਮਨ ਵਿੱਚ ਆਸ ਕਿਸੇ ਹੋਰ ਚੀਜ਼ ਦੀ ਲਾ ਕੇ ਬੈਠੇ ਹਾਂ, ਗੁਰੂ ਦੀ ਨਹੀਂ, ਪਰਮੇਸ਼ਰ ਦੀ ਨਹੀਂ, ਕਿਸੇ ਵਸਤੂ ਦੀ, ਕਿਸੇ ਚੀਜ਼ ਦੀ। ਸਤਿਗੁਰੂ ਕਹਿੰਦੇ ਜਦੋਂ ਬੰਦਾ ਕਿਸੇ ਦੂਸਰੀ ਚੀਜ਼ ਦੀ ਆਸ ਲਾ ਕੇ ਬੈਠਾ ਹੁੰਦਾ ਤਦੋਂ ਤੱਕ ਤੌਲੋ ਮਹਿਲ ਨਾ ਲੱਭੈ ਜਾਣ। ਤਾਂ ਇਹ ਗੱਲ ਜਾਣ ਲਵੋ
ਤਦੋਂ ਤੱਕ ਉਸ ਨੂੰ ਰੱਬ ਦਾ ਮਹਿਲ ਨਹੀਂ ਲੱਭਦਾ, ਉਹਨੂੰ ਰੱਬ ਦਾ ਘਰ ਨਹੀਂ ਲੱਭਦਾ, ਜਦੋਂ ਤੱਕ ਉਹਦੇ ਮਨ ਅੰਦਰ ਕੋਈ ਦੂਸਰੀ ਆਸ ਹੁੰਦੀ ਹੈ, ਕੋਈ ਦੂਸਰੀ ਆਨ ਹੁੰਦੀ ਹੈ। ਜਬ ਲਗ ਘਟ ਮੈਂ ਦੂਜੀ ਆਨ, ਤੌਲੋ ਮਹਿਲ ਨਾ ਲਾਭੈ ਜਾਨ, ਰਮਤ ਰਾਮ ਸਿਉ ਲਾਗੋ ਰੰਗ। ਉਸ ਰਮੇ ਹੋਏ ਪ੍ਰਮਾਤਮਾ ਨਾਲ ਜਦੋਂ ਬੰਦੇ ਦਾ ਰੰਗ ਲੱਗ ਜਾਂਦਾ ਹੈ, ਪ੍ਰੇਮ ਲੱਗ ਜਾਂਦਾ ਹੈ, ਉਸ ਘਟ ਘਟ ਵਿੱਚ ਵਸੇ ਪ੍ਰਮਾਤਮਾ ਨਾਲ ਜਦੋਂ ਸਤਿਗੁਰੂ ਕਹਿੰਦੇ ਮਨੁੱਖ ਦਾ ਪ੍ਰੇਮ ਪੈਂਦਾ, ਕਹਿ ਕਬੀਰ ਤਬ ਨਿਰਮਲ ਅੰਗ, ਤਦੋਂ ਇਹ ਬੰਦਾ ਪਵਿੱਤਰ ਹੋ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਕਹਿ ਕਬੀਰ, ਕਬੀਰ ਆਖਦਾ ਕਿ ਤਬ ਨਿਰਮਲ ਅੰਗ, ਤਦੋਂ ਹਰ ਅੰਗ ਬੰਦੇ ਦਾ ਪਵਿੱਤਰ ਹੋ ਗਿਆ, ਬੰਦੇ ਦਾ ਸਰੀਰ ਪਵਿੱਤਰ ਹੋ ਗਿਆ, ਫਿਰ ਇਹ ਮਨ ਤਨ ਪਵਿੱਤਰ ਹੋ ਗਿਆ ਜਦੋਂ ਵਾਹਿਗੁਰੂ ਦਾ ਰੰਗ ਲੱਗਿਆ, ਪਰਮੇਸ਼ਰ ਦਾ ਰੰਗ ਚੜ੍ਹ ਗਿਆ ਜਦੋਂ, ਉਦੋਂ ਹੀ ਅਸਲ ਪਵਿੱਤਰਤਾ ਆਉਂਦੀ ਹੈ। ਸੱਚੀ ਪਵਿੱਤਰਤਾ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਹੀ ਹੈ, ਉਹਦੇ ਨਾਮ ਦਾ ਰੰਗ ਲੱਗਣ ਨਾਲ ਹੀ ਸੱਚੀ ਪਵਿੱਤਰਤਾ ਹੈ। ਸਤਿਗੁਰੂ ਰਹਿਮਤ ਕਰੇ ਇਹ ਸੱਚੀ ਪਵਿੱਤਰਤਾ ਵਾਹਿਗੁਰੂ ਦੇ ਨਾਮ ਦੀ, ਉਹਦੇ ਪ੍ਰੇਮ ਦੇ ਰੰਗ ਦੀ ਸਭ ਨੂੰ ਲੱਗੇ, ਤਾਂ ਜੋ ਸਾਡੇ ਅੰਦਰ ਮਨ ਤੇ ਤਨ ਅੰਦਰ ਬਿਲਕੁਲ ਸ਼ੁੱਧਤਾ ਪਵਿੱਤਰਤਾ ਆ ਵਸੇ। ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ, ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।